अस्सलाम वालेकुम दोस्तों ਤੇ ਮਿੱਤਰੋ ਕੀ ਹਾਲ ਹੈ ਤੁਹਾਡਾ। ਅੱਜ ਅਸੀਂ ਗੱਲ ਕਰਾਂਗੇ ਡੱਕੀ ਭਾਈ ਦੇ ਕੇਸ ਤੇ ਡੱਕੀ ਭਾਈ ਦੀ ਜਿਹੜੀ ਅਹਿਲੀਆ ਆਰੂਪ ਜਤੋਈ ਉਹਨੇ ਤੇ ਐਨਸੀਸੀਆਈ ਦੇ ਜਿਹੜੇ ਅਫਸਰਾਂ ਨੇ ਉਹਨਾਂ ਨੂੰ ਇਹੋ ਜਿਹੇ ਜਾਲ ਵਿੱਚ ਫਸਾਇਆ ਹੈ। ਜਿਹੜੇ 8 ਤੋਂ ਜ਼ਿਆਦਾ ਅਫਸਰ ਨੇ ਉਹ ਤੇ ਬੜੀ ਮੁਸ਼ਕਲ ਹੀ ਫਸ ਗਏ ਨੇ। ਮੈਂ ਪਹਿਲੇ ਸਭ ਤੋਂ ਪਹਿਲੇ ਤੇ ਤੁਹਾਨੂੰ ਇਹ ਅਫਸਰਾਂ ਦੇ ਨਾਂ ਦੱਸਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਫਸਾਇਆ ਗਿਆ, ਇਹਨਾਂ ਨੂੰ ਕਿੰਨੀ ਰਿਸ਼ਵਤ ਦਿੱਤੀ ਗਈ, ਰਿਸ਼ਵਤ ਦੇਣ ਵਾਸਤੇ ਕਿਹੜੇ ਕਿਹੜੇ ਜ਼ਰਾਏ ਇਸਤੇਮਾਲ ਕੀਤੇ ਗਏ, ਪੈਸੇ ਕਿੱਥੇ ਰਖਵਾਏ ਗਏ, ਕਿਹੜੇ ਟੋਲ ਪਲਾਜ਼ਾ ਦੇ ਪੈਸੇ ਰਖਵਾਏ ਗਏ, ਕਿਹੜੇ ਸ਼ੋਰੂਮ ਵਿੱਚ ਪੈਸੇ ਰਖਵਾਏ ਗਏ, ਕਿਹੜਾ ਕਿਹੜਾ ਏਜੰਟ ਵਿੱਚ ਮੁਲਵਸ ਸੀ। ਤੇ ਸਭ ਤੋਂ ਹੈਰਾਨਕੁਨ ਗੱਲ ਹੈ ਕਿ ਇਹ ਆਰੋਪ ਜਤੋਈ ਨੇ ਇੱਕ ਐਸਾ ਇਹਨਾਂ ਨੂੰ ਤਰੀਕੇਕਾਰ ਦੇ ਵਿੱਚ ਫਸਾਇਆ ਕਿ ਜਿਹਦੀ ਤਰੀਕੇ ਦੇ ਨਾਲ ਇਹ ਇੱਕ ਸਬ ਇੰਸਪੈਕਟਰ ਤੋਂ ਲੈ ਕੇ ਤੇ ਐਡੀਸ਼ਨਲ ਡਾਇਰੈਕਟਰ ਤੱਕ ਦੇ ਅਫਸਰਾਂ ਜਿਹੜੇ ਨੇ ਉਹ ਜਿਹੜੇ ਨੇ ਉਹ ਫਸਦੇ ਚਲੇ ਗਏ। ਤੇ ਉਸ ਤੋਂ ਬਾਅਦ ਇਹ ਜਿਹੜੀ FIA ਤੋਂ ਵੀ ਉੱਤੇਲੀ ਏਜੰਸੀ ਹੈ ਉਹਨੇ ਕਾਰਵਾਈ ਕੀਤੀ ਤੇ ਇਹ ਪਹਿਲੇ ਤੇ ਇਹ ਕਿਹਾ ਗਿਆ ਕਿ NCCI ਦੇ 8 ਅਫਸਰ 9 ਅਫਸਰ ਜਿਹੜੇ ਨੇ ਉਹਨਾਂ ਨੂੰ ਅਗਵਾ ਕਰ ਲਿੱਤਾ ਗਿਆ। ਇਹ ਅਗਵਾ ਨਹੀਂ ਹੋਏ ਸਨ, ਇਹਨਾਂ ਦੀ ਤਫਤੀਸ਼ ਬੜੀ ਆਲਾ ਸਤਹ ਤੇ ਹੋਈ ਸੀ। ਤੇ ਦੇਖੋ ਬਾਅਦ ਚ ਸਾਬਤ ਕੀ ਹੋਇਆ ਹੈ। ਸਾਬਤ ਇਹ ਹੋਇਆ ਹੈ ਕਿ 90 ਲੱਖ ਰੁਪਈਆ ਜਿਹੜਾ ਨਾ ਉਹ ਤੇ ਬਰਾਏ ਰਾਤ ਰਿਸ਼ਵਤ ਲਿੱਤੀ ਗਈ ਹੈ। ਤੇ ਉਸ ਤੋਂ ਇਲਾਵਾ 3,26,420 ਜਿਹੜੇ ਡਾਲਰ ਨੇ ਉਹ ਵੀ ਬਾਇਆਂਸ ਦੇ ਜ਼ਰੀਏ ਟ੍ਰਾਂਸਫਰ ਕੀਤੇ ਗਏ ਨੇ ਡੱਕੀ ਭਾਈ ਦੇ ਅਕਾਊਂਟ ਵਿੱਚੋਂ। ਸ਼ੁਏਬ ਰਿਆਜ਼ ਨੇ ਅਸਿਸਟੈਂਟ ਡਾਇਰੈਕਟਰ ਉਹਨਾਂ ਦੇ। ਅਸੀਂ ਤੁਹਾਨੂੰ ਇਹ ਸਾਰੀ ਤਫਸੀਲਾਤ ਦਾ ਸ਼ੁਰੂ ਤੋਂ ਦੱਸਦੇ ਹਾਂ। ਜਦੋਂ ਡੱਕੀ ਭਾਈ 3 ਮਹੀਨੇ ਪਹਿਲੇ ਫੜਿਆ ਗਿਆ ਨਾ ਤੇ ਇਹਦੀ ਤਫਤੀਸ਼ ਜਿਹੜੀ ਲਾਹੌਰ ਦੇ ਅਸਿਸਟੈਂਟ ਡਾਇਰੈਕਟਰ ਨੇ ਸ਼ੁਏਬ ਰਿਆਜ਼ ਉਹਨਾਂ ਕੋਲ ਆਈ। ਜਦੋਂ ਉਹਨਾਂ ਨੇ ਦੇਖਿਆ, ਜਦੋਂ ਇਹਦੇ ਅਸਾਸੇ ਖੰਗਾਲੇ ਤੇ ਬੜੀਆਂ ਚੀਜ਼ਾਂ ਸਾਹਮਣੇ ਆਈਆਂ। ਸ਼ੁਰੂ ਤੇ ਕਿਹਾ ਗਿਆ ਕਿ ਲਾਹੌਰ ਸਮੇਤ ਪਾਕਿਸਤਾਨ ਭਰ ਦੇ ਵਿੱਚ 41 ਤੋਂ ਜ਼ਿਆਦਾ ਜੂਏ ਦੀ ਐਪ ਨੇ ਜਿਹੜੀਆਂ ਨੌਜਵਾਨ ਮੁੰਡਿਆਂ ਦੇ ਕੁੜੀਆਂ ਕੋਲੋਂ ਲੱਖਾਂ ਕਰੋੜਾਂ ਰੁਪਇਆ ਇਕੱਠਾ ਕਰਕੇ ਤੇ ਉਹਨਾਂ ਦੇ ਨਾਲ ਫਰਾਡ ਕਰ ਰਹੀਆਂ ਨੇ। ਤੇ ਬਾਅਦ ਚੋਂ ਇਹ ਵੀ ਦੱਸਿਆ ਗਿਆ FIA ਦੀ NCCI ਦੀ ਤਰਫੋਂ ਕਿ 11 ਤੋਂ ਜ਼ਿਆਦਾ ਐਸੀ ਜੂਏ ਦੀ ਐਪ ਸਨ ਜਿਨ੍ਹਾਂ ਦਾ ਕੰਟਰੀ ਹੈਡ ਤੇ ਸਰਬਰਾਹ ਡੱਕੀ ਭਾਈ ਸੀ। ਹੁਣ ਡੱਕੀ ਭਾਈ ਦੇ ਖਿਲਾਫ ਜਦੋਂ ਤਫਤੀਸ਼ ਅੱਗੇ ਵਧੀ ਤੇ ਪਤਾ ਚੱਲਿਆ ਕਿ ਰਜਬ ਬੱਟ ਤੇ ਸਿਸਟਰੋਲੋਜੀ ਤੇ ਹੋਰ ਵੀ ਬਹੁਤ ਸਾਰੇ ਨਾਂ ਹੈ ਇਨਫਲੂਐਂਸਰਸ ਦੇ ਵੀ ਤੇ ਯੂਟਿਊਬਰਸ ਦੇ ਵੀ ਕਿ ਉਹ ਵੀ ਇਹ ਜੂਆ ਐਪ ਵਿੱਚ ਸ਼ਾਮਲ ਨੇ। ਤੇ ਸਾਰੀ ਜੂਆ ਐਪ ਦਾ ਆਗਾਜ਼ ਕਿਸ ਤਰ੍ਹਾਂ ਹੋਇਆ, ਇਹਨਾਂ ਨੂੰ ਫੜੇ ਜਾਣ ਦਾ ਆਗਾਜ਼ ਹੈ ਨਾ ਉਹ ਕਰਾਚੀ ਜਿਹੜਾ ਕਤਲ ਨਹੀਂ ਹੋਇਆ ਸੀ। ਕਰਾਚੀ ਦੇ ਜਿਹੜੇ ਕਾਲ ਸੈਂਟਰ ਤੇ ਛਾਪਾ ਪਿਆ ਤੇ ਉੱਥੋਂ ਪਤਾ ਚੱਲਿਆ ਕਿ ਲਾਹੌਰ ਦੇ ਵਿੱਚ ਵੀ ਜੂਆ ਐਪ ਜਿਹੜੀ ਹੈ ਤੇ ਕਾਲ ਸੈਂਟਰ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ। ਤੇ ਫੈਸਲਾਬਾਦ, ਇਸਲਾਮਾਬਾਦ, ਗੁਜਰਾਂਵਾਲਾ, ਉਹ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਾਲ ਸੈਂਟਰ ਚਲਾਏ ਜਾ ਰਹੇ ਸਨ। ਉਹਨਾਂ ਸਾਰੇ ਕਾਲ ਸੈਂਟਰ ਦੇ ਜਿਹੜੇ ਮਾਲਕਾਨ ਨੇ, ਕਰਤਾ ਧਰਤਾ ਨੇ, ਉਹਨਾਂ ਨੂੰ NCCI ਦੇ ਜਿਹੜੇ ਅਫਸਰਾਨ ਨੇ ਉਹਨਾਂ ਨੇ ਬੁਲਾਉਣਾ ਸ਼ੁਰੂ ਕਰ ਦਿੱਤਾ। ਤੇ ਪਿੱਛੇ ਬੈਕਗਰਾਉਂਡ ਕੀ ਸੀ? ਬੈਕਗਰਾਉਂਡ ਇਹ ਹੈਗੀ ਸੀ ਕਿ ਜਿਹੜਾ ਡੱਕੀ ਭਾਈ ਹੈ ਇਹ ਜ਼ਿਆਦਾ ਤੋਂ ਜ਼ਿਆਦਾ ਜਦੋਂ ਕੰਟਰੀ ਹੈਡ ਬਣਿਆ ਜੂਏ ਦੀ ਐਪ ਦਾ ਤੇ ਜੂਏ ਦੀ ਐਪ ਵੱਲੋਂ ਆਫਰ ਕੀਤੀ ਗਈ ਦੂਸਰੇ ਇਨਫਲੂਐਂਸਰ ਨੂੰ ਕਿ ਤੁਹਾਨੂੰ 5 ਕਰੋੜ 10 ਕਰੋੜ ਰੁਪਇਆ ਦਿੱਤਾ ਜਾਏਗਾ ਕਿ ਤੁਸੀਂ ਵੀ ਜੂਏ ਦੀ ਐਪ ਦੀ ਪ੍ਰਮੋਸ਼ਨ ਕਰੋ। ਜਦੋਂ ਅਦਾਰਿਆਂ ਨੇ ਦੇਖਿਆ ਕਿ 5-5 ਕਰੋੜ 10-10 ਕਰੋੜ ਰੁਪਇਆ ਸਿਰਫ ਐਡ ਦੇ ਵਿੱਚ ਸ਼ਾਮਲ ਹੋਣ ਵਾਲੇ ਇਨਫਲੂਐਂਸਰ ਨੂੰ ਦਿੱਤਾ ਜਾ ਰਿਹਾ ਤੇ ਮੇਨ ਜਿਹੜੇ ਕਰੈਕਟਰ ਸੀ ਉਹਨਾਂ ਨੂੰ ਕਿੰਨਾ ਦਿੱਤਾ ਜਾ ਰਿਹਾ ਹੋਏਗਾ। ਤੇ ਡੱਕੀ ਭਾਈ ਦੀ ਜਦੋਂ ਜਾਇਦਾਦਾਂ ਦਾ ਰਾਜ਼ ਖੁੱਲਣਾ ਸ਼ੁਰੂ ਹੋਇਆ, ਯਾਨੀ ਮਕਾਨਾਤ ਦੀ ਸੂਰਤ ਵਿੱਚ ਜਾਇਦਾਦ ਹੈ, ਡਾਲਰ ਤੇ ਦੂਸਰੀ ਕਰੰਸੀ ਦੇ ਜ਼ਰੂਰਤ ਹੈ, ਬਾਇਆਂਸ ਜਿਹੜੀ ਦੂਸਰੀ ਬਿਟਕਾਇਨ ਵਾਲੀ ਕਰੰਸੀ ਹੈ ਉਹਦੇ ਜ਼ਰੀਏ, ਇਸ ਤੋਂ ਇਲਾਵਾ ਵੀ ਕਈ ਜਗ੍ਹਾ ਤੇ ਉਹਨਾਂ ਦੇ ਜਿਹੜੇ ਅਸਾਸਾਜਾਤ ਮੌਜੂਦ ਸਨ। ਜਦੋਂ ਇੰਨੇ ਪੈਸੇ ਸਾਹਮਣੇ ਆਏ ਤੇ ਕੁਝ ਅਫਸਰਾਂ ਦੀਆਂ ਅੱਖਾਂ ਖੁੱਲ ਗਈਆਂ। ਤੇ ਜਿਹੜੀ ਡੱਕੀ ਭਾਈ ਦੀ ਜਿਹੜੀ ਅਹਿਲੀਆ ਨਾ ਆਰੂਪ ਜਤੋਈ, ਉਹਨੇ ਬੜੀ ਜ਼ਹਾਨਤ ਦਾ ਮੁਜ਼ਾਹਰਾ ਕੀਤਾ। ਉਹਨੇ ਕੀ ਕੀਤਾ, ਇਹਨਾਂ ਨੂੰ ਕੁਝ ਆਫਰ ਕੀਤੀ ਤੇ ਕੁਝ ਅਫਸਰਾਂ ਨੇ ਵੀ ਉਹਦੇ ਕੋਲੋਂ ਆਫਰ ਮੰਗੀ। ਮੈਂ ਹੁਣ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਦਾ ਕਿ 90 ਲੱਖ ਰੁਪਇਆ ਜਿਹੜਾ ਉਹ ਤੇ ਬਰਾਏ ਰਾਤ ਰਿਸ਼ਵਤ ਵਸੂਲ ਕੀਤੀ ਗਈ ਤੇ 3 ਲੱਖ ਜਾਂ 3,26,420 ਦਾ ਜਿਹੜਾ ਹਿੱਸਾ ਹੈ ਨਾ ਡੱਕੀ ਭਾਈ ਨੇ ਵੀ ਬੜਾ ਅਹਿਮ ਰੱਖਿਆ ਸੀ ਕਿ ਇਹਦਾ ਪਤਾ ਲੱਗੇ ਕਿ 420 ਦੇ ਜਿਹੜੇ ਡਾਲਰ ਨੇ ਐਂਡ ਦਾ ਜਿਹੜਾ 420 ਆਉਂਦਾ ਇਹ ਅਸੀਂ ਰਿਸ਼ਵਤ ਹੀ ਦੇ ਰਹੇ ਹਾਂ। ਅੱਛਾ, ਉਹ ਜਦੋਂ ਰਿਸ਼ਵਤ ਦਿੱਤੀ ਗਈ ਤੇ ਉਹਦੇ ਵਾਸਤੇ ਤਰੀਕਾਕਾਰ ਕੀ ਇਸਤੇਮਾਲ ਕੀਤਾ ਗਿਆ। ਜਿਹੜੇ ਅਫਸਰਾਂ ਫੜੇ ਗਏ ਨਾ ਡੱਕੀ ਭਾਈ ਦੇ ਕੇਸ ਵਿੱਚ, ਇਹਨਾਂ 'ਚ ਐਡੀਸ਼ਨਲ ਡਾਇਰੈਕਟਰ ਸਰਫਰਾਜ਼ ਚੌਧਰੀ ਨੇ, ਉਸ ਤੋਂ ਇਲਾਵਾ ਜ਼ਵਾਰ ਅਹਿਮਦ ਡਿਪਟੀ ਡਾਇਰੈक्टर है, अहमद उस्मान डिप्टी डायरेक्टर, अयाज खान डिप्टी डायरेक्टर है और असिस्टेंट डायरेक्टर शुएब रियाज, असिस्टेंट डायरेक्टर मुश्तबा जफर ते 2 सब इंस्पैक्टर ने। एक सब इंस्पैक्टर यासर रमजान है ते एक सब इंस्पैक्टर अली रजा है। इन्हां सारे अफसरान दे उत्ते
ਰਿਸ਼ਵਤ ਲੈਣ ਦਾ ਇਲਜ਼ਾਮ ਜਿਹੜਾ ਹੈ ਉਹ ਇਨਕੁਆਇਰੀ ਸਾਬਤ ਹੋਇਆ ਹੈ। ਡੱਕੀ ਭਾਈ ਦਾ ਜਿਹੜਾ ਕੇਸ ਹੈ ਨਾ ਉਹਦਾ ਬੜਾ ਰਾਤ ਤਫਤੀਸ਼ ਜਿਹੜੀ ਅਸਿਸਟੈਂਟ ਡਾਇਰੈਕਟਰ ਜਾਂ ਸ਼ੁਏਬ ਰਿਆਜ਼ ਕਰ ਰਹੇ ਸਨ। ਅਰੂਪ ਜਤੋਈ ਜਿਹੜੀ ਅਹਿਲੀਆ ਡੱਕੀ ਭਾਈ ਦੀ ਉਹਨਾਂ ਨੇ ਆਫਰ ਕੀਤੀ ਕਿ ਤੁਸੀਂ ਇਹ ਕੇਸ ਖਤਮ ਕਰਨ ਜੋਗੇ ਜਾਂ ਇਹਦੇ ਉੱਤੇ ਹੱਥ ਹੌਲਾ ਰੱਖਣ ਜੋਗੇ ਕਿੰਨੇ ਪੈਸੇ ਲੋਗੇ। ਤੇ ਫੈਸਲਾ ਇਹ ਹੋਇਆ ਕਿ 60 ਲੱਖ ਰੁਪਇਆ ਜਿਹੜਾ ਉਹ ਅਰੂਪ ਜਤੋਈ ਨੂੰ ਕਲੀਅਰ ਕਰਨ ਦਾ ਲਿੱਤਾ ਜਾਏਗਾ ਤੇ 30 ਲੱਖ ਰੁਪਇਆ ਜਿਹੜਾ ਨਾ ਉਹ ਡੱਕੀ ਭਾਈ ਨੂੰ ਸਿਰਫ ਥੋੜਾ ਜਿਹਾ ਹੱਥ ਹੌਲਾ ਰੱਖਣ ਦਾ ਦਿੱਤਾ ਜਾਏਗਾ। ਅੱਛਾ, ਅਰੂਪ ਜਤੋਈ ਨੇ ਵੀ ਬੜਾ ਅਹਿਮ ਤਰੀਕਾ ਇਸਤੇਮਾਲ ਕੀਤਾ। ਉਹ ਜਿਹੜਾ 60 ਲੱਖ ਰੁਪਇਆ ਦਿੱਤਾ ਗਿਆ ਸੀ ਨਾ ਇਹ ਅਗਸਤ 2025 ਦਿੱਤਾ ਗਿਆ। ਇਹਦੇ ਜਿਹੜਾ 50 ਲੱਖ ਰੁਪਇਆ ਨਾ ਇਹ ਸ਼ੁਏਬ ਰਿਆਜ਼ ਨੂੰ ਜਿਹੜਾ ਦੂਸਰੇ ਡਿਪਟੀ ਡਾਇਰੈਕਟਰ ਜ਼ਵਾਰ ਅਹਿਮਦ ਨੇ ਇਹਨਾਂ ਦੇ ਇੱਕ ਦੋਸਤ ਦਾ ਕਾਰ ਜ਼ੋਨ ਸ਼ੋਰੂਮ ਹੈ ਇਹ ਉਹਨਾਂ ਦੇ ਕੋਲ ਰਖਵਾਏ ਗਏ। ਉਹਦੇ ਚੋਂ 5 ਲੱਖ ਰੁਪਇਆ ਜਿਹੜਾ ਹੈ ਉਹ ਉਸਮਾਨ ਅਜ਼ੀਜ਼ ਇੱਕ ਇਹਨਾਂ ਦਾ ਏਜੰਟ ਸੀ ਉਹਦੇ ਵੱਲ ਕੀਤਾ ਗਿਆ ਤੇ 5 ਲੱਖ ਰੁਪਇਆ ਜਿਹੜਾ ਨਾ ਡੱਕੀ ਭਾਈ ਦਾ ਵਕੀਲ ਚੌਧਰੀ ਉਸਮਾਨ ਹੈ, ਮੈਂ ਨਹੀਂ ਕਹਿ ਰਿਹਾ, ਇਹ ਇਨਕੁਆਇਰੀ ਕਹਿ ਰਹੀ ਹੈ ਕਿ ਡੱਕੀ ਭਾਈ ਦਾ ਵਕੀਲ ਵੀ ਸ਼ਾਮਲ ਸੀ ਜਿਹੜਾ ਚੌਧਰੀ ਉਸਮਾਨ ਹੈ ਉਹਦੇ ਕੋਲ 5 ਲੱਖ ਰੁਪਇਆ ਰੱਖਿਆ ਗਿਆ ਤੇ ਮਜ਼ੀਦ 20 ਲੱਖ ਰੁਪਇਆ ਜਿਹੜਾ ਹੈ ਉਹ ਸ਼ੁਏਬ ਜਿਹੜਾ ਰਿਆਜ਼ ਅਸਿਸਟੈਂਟ ਡਾਇਰੈਕਟਰ ਹੈ ਇਹ ਇਹਨਾਂ ਨੇ ਆਪਣੇ ਨਾਲ ਘਰ ਲੈ ਗਏ। ਅੱਛਾ, 5 ਲੱਖ ਰੁਪਇਆ ਜਿਹੜਾ ਉਹ ਇੱਕ ਹੋਰ ਫਰੰਟਮੈਨ ਸੀ ਉਹਦੇ ਵਾਲੇ ਕੀਤਾ ਗਿਆ ਤੇ 5 ਲੱਖ ਰੁਪਇਆ ਜਿਹੜਾ ਡਾਇਰੈਕਟਰ ਜਿਹੜੇ ਲਾਹੌਰ ਦੇ ਐਡੀਸ਼ਨਲ ਡਾਇਰੈਕਟਰ ਸਰਫਰਾਜ਼ ਚੌਧਰੀ ਨੇ ਉਹਨਾਂ ਦਾ ਦੱਸਿਆ ਗਿਆ ਕਿ ਉਹਨਾਂ ਨੂੰ ਦਿੱਤੇ ਗਏ। ਅੱਛਾ, ਇਹ ਰਕਮ 60 ਲੱਖ ਜਿਹੜੀ ਐਸਾ ਕੀਤੀ ਗਈ। ਅੱਛਾ, ਅਰੂਪ ਜਤੋਈ ਨੇ ਤੇ ਡੱਕੀ ਭਾਈ ਨੇ ਇੱਕ ਹੋਰ ਵੀ ਨਾਲ ਕੰਮ ਬੜਾ ਵੱਡਾ ਕੀਤਾ। ਉਹਨਾਂ ਨੇ 10-10 ਲੱਖ ਵਾਲੇ 3 ਚੈੱਕ ਬਣਾਏ ਜਿਹੜੇ ਕੁੱਲ ਮਾਲੀਅਤ 30 ਲੱਖ ਸੀ। ਉਹ ਇੱਕ ਸ਼ਬਾਜ਼ ਫਰੰਟਮੈਨ ਸੀ ਉਹਦੇ ਜ਼ਰੀਏ ਸ਼ੁਏਬ ਰਿਆਜ਼ ਨੂੰ ਵਸੂਲ ਕਰਾਏ ਗਏ, ਉਹਦਾ ਵੀ ਸਬੂਤ ਆ ਗਿਆ। ਅੱਛਾ, ਜਦੋਂ ਇਹ ਸਾਰੇ ਪੈਸੇ ਇਕੱਠੇ ਹੋ ਗਏ ਤੇ ਇਹਨਾਂ ਦੇ ਨਾਲ $3,26,420 ਜਿਹੜਾ ਨਾ ਉਹ ਵੀ ਡੱਕੀ ਭਾਈ ਦੇ ਅਕਾਊਂਟ ਜੋ ਬਜ਼ਰੀਆ ਬਿਆਨਸ ਇਹ ਵੀ ਜਿਹੜਾ ਨਾ ਅਸਿਸਟੈਂਟ ਡਾਇਰੈਕਟਰ ਸ਼ੁਏਬ ਰਿਆਜ਼ ਦੇ ਅਕਾਊਂਟ ਵਿੱਚ ਸ਼ਿਫਟ ਕੀਤੇ ਗਏ। ਅੱਛਾ, ਇਹ ਸਾਰੀ ਰਕਮ ਜੋ ਸ਼ਿਫਟ ਹੋ ਰਹੀ ਨਾ ਇਹਦੇ ਨਾਲ ਇੱਕ ਹੋਰ ਕੰਮ ਹੀ ਚਲਾਇਆ ਜਾ ਰਿਹਾ ਸੀ। NCCI ਦੇ 4 ਅਫਸਰ ਸਨ ਜਿਨ੍ਹਾਂ 2 ਸਬ ਇੰਸਪੈਕਟਰ ਸੀ, ਇੱਕ ਯਾਸਰ ਰਮਜ਼ਾਨ, ਇੱਕ ਅਲੀ ਰਜ਼ਾ ਤੇ ਇਹਦੇ ਨਾਲ ਮੁਜਤਬਾ ਜ਼ਫਰ ਜਿਹੜਾ ਅਸਿਸਟੈਂਟ ਡਾਇਰੈਕਟਰ ਤੇ ਨਾਲ ਹੀ ਹੋਈ ਸ਼ੁਏਬ ਰਿਆਜ਼ ਅਸਿਸਟੈਂਟ ਡਾਇਰੈਕਟਰ। ਇਹਨਾਂ ਚਾਰਾਂ ਦੇ ਬਾਰੇ ਇਨਕੁਆਇਰੀ ਰਿਪੋਰਟ ਦੇ ਵਿੱਚ ਤੇ FIR 'ਚ ਵੀ ਲਿਖਿਆ ਗਿਆ ਕਿ ਇਹਨਾਂ ਨੇ ਕੀ ਕੰਮ ਸ਼ੁਰੂ ਕੀਤਾ ਸੀ ਕਿ ਇਹਨਾਂ ਨੇ ਇਸ ਦੌਰਾਨ ਜਿਹੜੇ ਮਜ਼ੀਦ ਪੰਜਾਬ ਦੇ ਕਾਲ ਸੈਂਟਰ ਸਨ ਜਾਂ ਆਨਲਾਈਨ ਫਰਾਡ ਦੇ ਜਿਹੜੇ ਲੋਕ ਮੁਲਵਸ ਸਨ ਉਹਨਾਂ ਨੂੰ ਬੁਲਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਕਿਹਾ ਡੱਕੀ ਭਾਈ ਦਾ ਹਾਲ ਦੇਖ ਲਓ ਤੇ ਹੁਣ ਆਪਣੀ ਤਿਆਰੀ ਕਰ ਲਓ। ਜਦੋਂ ਉਹਨਾਂ ਨੂੰ ਇੰਨਾ ਖੌਫਜ਼ਦਾ ਹੋ ਗਏ ਨਾ ਤਾਂ ਉਹਨਾਂ ਨੂੰ ਕਿਹਾ ਕਿ ਵੀ ਇੰਨੇ ਪੈਸੇ ਦਿਓ ਤੇ ਅਸੀਂ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ। ਉਹਨਾਂ ਕੋਲੋਂ ਵੀ ਰਕਮ ਜਨਰੇਟ ਕੀਤੀ ਗਈ ਤੇ FIR ਦੇ ਵਿੱਚ ਲਿਖਿਆ ਹੋਇਆ ਹੈ ਕਿ 50% ਹੈ ਜਿਹੜੇ 4 ਅਫਸਰਾਂ ਦਾ ਮੈਂ ਤੁਹਾਨੂੰ ਨਾਂ ਦੱਸਦਾ ਵੀ ਇਹਨਾਂ ਨੂੰ ਮਿਲਦੀ ਸੀ ਤੇ ਬਕਾਇਆ 50% ਉੱਤੇ ਇਸਲਾਮਾਬਾਦ ਤੱਕ ਹੈੱਡ ਆਫਿਸ ਤੱਕ ਉਹ ਰਕਮ ਜਿਹੜੀ ਸੀ ਉਹ ਟ੍ਰਾਂਸਫਰ ਕੀਤੀ ਜਾਂਦੀ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ FIR 36/25 ਦੇ ਵਿੱਚ ਦਰਜ ਵੀ ਕੀਤੀਆਂ ਗਈਆਂ ਨੇ। FIA ACC ਲਾਹੌਰ ਦੀ ਜਿਹੜੀ ਪੁਲਿਸ ਸਟੇਸ਼ਨ ਹੈ ਉੱਤੇ ਜਿਹੜੀ FIR 36/25 ਹੈ ਉਹਦੇ ਵਿੱਚ 27/10/25 ਨੂੰ ਜਿਹੜੀ ਹੈ ਨਾ ਉਹ ਮੁਦਈਆ ਇਹਦੀ ਹੈਗੀ ਹੈ ਅਰੂਪ ਜਤੋਈ ਉਹਨੇ ਲਿਖਵਾਈ ਹੈ। 7:35 ਦਾ ਜਿਹੜਾ ਟਾਈਮ ਹੈ ਸ਼ਾਮ ਦਾ ਲਿਖਿਆ ਹੋਇਆ ਤੇ ਇਹਦੇ ਜਿਹੜੀਆਂ ਦਫਾ ਲਗਾਈਆਂ ਗਈਆਂ ਉਹਨਾਂ 'ਚ 109 161 PPC ਹੈ ਤੇ ਇਸ ਤੋਂ ਇਲਾਵਾ 5247 ਜਿਹੜੀ ਹੈ PCA ਵੀ ਲਗਾਈ ਗਈ ਹੈ। FIR ਦੇ ਮਤਨ 'ਚ ਇਹ ਵੀ ਲਿਖਿਆ ਗਿਆ ਕਿ ਇਬਤਦਾਈ ਜਿਹੜੀ ਇਨਕੁਆਇਰੀ ਸੀ ਨਾ 219/25 ਉਹਦੇ ਤਹਿਤ ਜਦੋਂ ਇਨਕੁਆਇਰੀ ਅੱਗੇ ਵਧੀ ਤੇ ਪਤਾ ਲੱਗਾ ਕਿ ਡੱਕੀ ਭਾਈ ਤੇ ਕਾਲ ਸੈਂਟਰਸ ਤੇ ਆਨਲਾਈਨ ਫਰਾਡ ਕਰਨ ਵਾਲੇ ਮੁਲਜ਼ਮ ਤੇ ਇੱਕ ਤਰਫ ਨੇ ਇਹ NCCI ਦੇ ਅਫਸਰਾਨ ਸਬ ਇੰਸਪੈਕਟਰ ਤੋਂ ਲੈ ਕੇ ਐਡੀਸ਼ਨਲ ਡਾਇਰੈਕਟਰ ਤੱਕ ਉੱਤੇ ਖੁਦ ਵਿੱਚ ਮੁਲਵਸ ਹੋ ਗਏ ਨੇ, ਉੱਤੇ ਖੁਦ ਰਿਸ਼ਵਤ ਲੈ ਰਹੇ ਨੇ। ਉਹ ਰਿਸ਼ਵਤ ਦੀ ਛੋਟੀ ਮੋਟੀ ਨਹੀਂ, ਲੱਖਾਂ ਤੇ ਕਰੋੜਾਂ ਦੀ ਹੈ। ਇਹ ਜਿਹੜੇ ਮੈਂ $3 ਲੱਖ ਤੋਂ ਉੱਤੇ ਜਿਹੜੀ ਰਕਮ ਦੱਸੀ ਹੈ 9 ਕਰੋੜ ਤੋਂ ਉੱਤੇ ਉਹਨਾਂ ਦੱਸਿਆ ਬਣੀ ਹੈ। ਤੇ ਜਦੋਂ ਐਡੀ ਵੱਡੀ ਰਕਮ ਟ੍ਰਾਂਸਫਰ ਹੋ ਗਈ ਤੇ ਅਰੂਪ ਜਤੋਈ ਨੇ ਫਿਰ ਆਲਾ ਸਤ੍ਹਾ ਦੇ ਜਿਹੜੇ ਅਫਸਰਾਨ ਨੇ ਉਹਨਾਂ ਤੱਕ ਗੱਲ ਪਹੁੰਚਾ ਦਿੱਤੀ। ਜਦੋਂ ਉਹਨਾਂ ਤੱਕ ਗੱਲ ਪਹੁੰਚੀ ਤੇ ਉਹਨਾਂ ਨੇ ਇੱਕ ਇੱਕ ਕਰਕੇ ਅਫਸਰਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਫੜਿਆ ਸਰਫਰਾਜ਼ ਚੌਧਰੀ ਨੂੰ ਜਿਹੜੇ ਐਡੀਸ਼ਨਲ ਡਾਇਰੈਕਟਰ ਲਾਹੌਰ ਦੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਫਿਰ ਡਿਪਟੀ ਡਾਇਰੈਕਟਰ 3 ਫੜੇ। ਉਹਨਾਂ ਜ਼ਵਾਰ ਅਹਿਮਦ ਸੀ, ਮੁਹੰਮਦ ਉਸਮਾਨ ਤੇ ਅਜਾਜ਼ ਖਾਨ ਸੀ। ਇਹ 3 ਡਿਪਟੀ ਡਾਇਰੈਕਟਰ ਫੜਨ ਤੋਂ ਬਾਅਦ ਉਹਨਾਂ 2 ਅਸਿਸਟੈਂਟ ਡਾਇਰੈਕਟਰ ਵੀ ਫੜ ਲਏ। ਉਹਨਾਂ 'ਚ ਸ਼ੁਏਬ ਰਿਆਜ਼ ਤੇ ਮੁਜਤਬਾ ਜ਼ਫਰ ਸੀ। ਤੇ ਇਹਨਾਂ ਸਾਰਿਆਂ ਦਾ ਜਦੋਂ ਪਤਾ ਲੱਗਾ ਕਿ 2 ਜਿਹੜੇ ਸਬ ਇੰਸਪੈਕਟਰ ਨੇ ਉਹ ਕਾਰੇ ਖਾਸ ਬਣ ਕੇ ਇੱਕ SHO ਵੀ ਹੈ ਉਹ ਅਲੀ ਰਜ਼ਾ ਤੇ ਯਾਸਰ ਰਮਜ਼ਾਨ ਉਹ ਹੀ ਅੱਗੇ ਲੱਗੇ ਹੋਏ ਸੀ ਫਰੰਟਮੈਨ ਤੇ, ਉਹ ਹੀ ਡੀਲ ਕਰਦੇ ਸਨ। ਫਿਰ ਅਸਿਸਟੈਂਟ ਡਾਇਰੈਕਟਰ ਨੂੰ ਪਹੁੰਚਦੀ ਸੀ, ਅਸਿਸਟੈਂਟ ਡਾਇਰੈਕਟਰ ਰਕਮ ਪਹੁੰਚਾਉਂਦਾ ਡਿਪਟੀ ਡਾਇਰੈਕਟਰ ਨੂੰ
ਤੇ ਡਿਪਟੀ ਡਾਇਰੈਕਟਰ ਫਿਰ ਐਡੀਸ਼ਨਲ ਡਾਇਰੈਕਟਰ ਤੱਕ ਪਹੁੰਚਾਉਂਦਾ ਸੀ। ਤੇ ਫਿਰ ਇੱਥੇ ਜਦੋਂ ਆਵੇ ਦਾ ਆਵਾ ਹੀ ਵਿਗੜਿਆ ਹੋਇਆ ਹੈ, ਤੇ ਇੱਥੇ ਕੌਣ ਤਫਤੀਸ਼ ਕਰੇਗਾ, ਕੌਣ ਮੁਜਰਮਾਂ ਨੂੰ ਫੜੇਗਾ? ਦੇਖੋ ਇਹ ਸਾਰੀ ਚੀਜ਼ਾਂ ਦੇ ਨਾਲ ਨਾ ਸਾਨੂੰ ਇੱਕ ਇਸ ਚੀਜ਼ ਤੇ ਵੀ ਗੌਰ ਰੱਖਣਾ ਚਾਹੀਦਾ ਹੈ ਕਿ ਰਿਸ਼ਵਤ ਲੈਣ ਵਾਲੇ ਦੇ ਨਾਲ ਰਿਸ਼ਵਤ ਦੇਣ ਵਾਲਾ ਵੀ ਮੁਲਜ਼ਮ ਹੈ। ਜੇ ਇਹ 90 ਲੱਖ ਰੁਪਇਆ ਤੇ 9 ਕਰੋੜ ਰੁਪਇਆ ਜਿਹੜਾ ਹੈ ਇਹ ਡੱਕੀ ਭਾਈ ਦੀ ਅਹਿਲੀਆ ਨੇ ਕਿਹਾ ਕਿ ਅਸੀਂ ਰਿਸ਼ਵਤ ਦਿੱਤੀ ਹੈ, ਤੇ ਇਹ ਸਾਰੀ ਰਿਸ਼ਵਤ ਦੇਣ ਦੇ ਨਾਲ ਉਹ ਤੇ ਮਾਸੂਮ ਨਹੀਂ ਹੋ ਗਏ ਨਾ, ਉਹਨਾਂ ਦਾ ਜੁਰਮ ਤੇ ਉੱਥੇ ਹੀ ਕਾਇਮ ਰਿਹਾ। ਠੀਕ ਹੈ, ਇਹ FIA ਦੇ ਅਫਸਰਾਂ ਦੀ ਜਿਹੜੀ ਹੈ ਉਹ ਤਫਤੀਸ਼ ਕੀਤੀ ਜਾਵੇ, ਇਹਨਾਂ ਨੂੰ ਕਾਰਵਾਈ ਕੇ ਸਜ਼ਾ ਦਿੱਤੀ ਜਾਵੇ ਜਿਹਨੇ ਰਿਸ਼ਵਤ ਲਿੱਤੀ ਹੈ, ਲੇਕਿਨ ਇਹਨਾਂ ਦੀ ਜਾਂ ਤੇ ਨਵੀਂ ਟੀਮ ਲਿਆਈ ਜਾਏ, ਇਹੋ ਜਿਹੀ ਟੀਮ ਜਿਹੜੀ ਬੜੀ ਖੁਦਦਾਰ ਤੇ ਇਮਾਨਦਾਰ ਅਫਸਰਾਂ ਤੇ ਮੁਸ਼ਤਮਲ ਹੋਵੇ, ਤੇ ਜਿਹੜੀ ਡੱਕੀ ਭਾਈ ਤੇ ਦੂਜੇ ਜਿੰਨੇ ਵੀ ਇਨਫਲੂਐਂਸਰ ਤੇ ਜੂਏ ਦੀ ਐਪਸ ਦੀ ਸਰਪ੍ਰਸਤੀ ਕਰਨ ਵਾਲੇ ਨੇ, ਇਹਨਾਂ ਦੀ ਇਸ ਇਨਕੁਆਇਰੀ ਨੂੰ ਅੱਗੇ ਵਧਾਏ। ਇਹ ਨਹੀਂ ਕਿ ਇਹ ਜਿਹੜੇ ਅਫਸਰ ਨੇ ਇਹ ਕਰਪਟ ਸਾਬਤ ਹੋਏ ਨੇ ਤੇ ਹੁਣ ਉਹਨਾਂ ਦੀ ਪਲੀ ਲੈ ਕੇ ਡੱਕੀ ਭਾਈ ਨੂੰ ਛੱਡ ਦਿੱਤਾ ਜਾਏ। ਡੱਕੀ ਭਾਈ ਦਾ ਜਿਹੜਾ ਜੁਰਮ ਹੈ ਉਹ ਤਾਂ ਉੱਥੇ ਹੀ ਰਹੇਗਾ, ਲਿਹਾਜ਼ਾ ਉਸ ਜੁਰਮ ਦੇ ਹਵਾਲੇ ਨਾਲ ਨਵੀਂ ਟੀਮ ਬਣਾਈ ਜਾਏ ਤੇ ਉਹ ਟੀਮ ਦੁਬਾਰਾ ਤੋਂ ਇਨਕੁਆਇਰੀ ਕਰੇ। ਹੁਣ ਕਿਸੇ ਨੂੰ ਬਚਣਾ ਨਹੀਂ ਚਾਹੀਦਾ, ਨਾ ਹੀ ਰਿਸ਼ਵਤ ਦੇਣ ਵਾਲੇ ਨੂੰ ਬਚਣਾ ਚਾਹੀਦਾ, ਨਾ ਹੀ ਰਿਸ਼ਵਤ ਲੈਣ ਵਾਲਿਆਂ ਨੂੰ ਬਚਣਾ ਚਾਹੀਦਾ, ਤੇ ਹਰ ਬੰਦੇ ਨੂੰ ਉਹਦੀ ਕਰਾਰ ਵਾਕੇ ਸਜ਼ਾ ਮਿਲਣੀ ਚਾਹੀਦੀ ਹੈ। ਫਿਰ ਹੀ ਸਾਡੇ ਮੁਲਕ ਦੇ ਵਿੱਚ ਇਹ ਜੂਏ ਦੀ ਐਪ ਤੋਂ ਨੌਜਵਾਨਾਂ ਨੂੰ ਛੁਟਕਾਰਾ ਮਿਲੇਗਾ। ਡੱਕੀ ਭਾਈ ਦੇ ਇਹ ਸਾਰੇ ਮਾਮਲੇ ਦਾ ਅੱਗੋਂ ਕੀ ਬਣੇਗਾ ਤੇ ਨੈਕਸਟ ਇਹਦਾ ਫੇਜ਼ ਕੀ ਹੋਏਗਾ, ਅਸੀਂ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ। ਉਸ ਵਕਤ ਤੱਕ ਆਪਣੇ ਮੇਜ਼ਬਾਨ ਇਜਾਜ਼ਤ ਬੱਟ ਨੂੰ ਇਜਾਜ਼ਤ ਦਿਓ। ਰੱਬ ਰਾਖਾ।